ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਪੰਜਾਬ ਮੇਡ ਵੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਅਸੀਂ ਕੁਝ ਅਜਿਹੀਆਂ ਰਹੱਸਮਈ ਘਟਨਾਵਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਬਾਰੇ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਵੇਗਾ। ਸੋ ਜਿਵੇਂ ਕਿ ਅਸੀਂ ਕਈ ਵਾਰ ਜਹਾਜ਼ ਦੇ ਗੁੰਮ ਹੋਣ ਦੀਆਂ ਖਬਰਾਂ ਅਖਬਾਰਾਂ ਵਿੱਚ ਜਾਂ ਇੰਟਰਨੈਟ ਤੇ ਦੇਖਦੇ ਹਾਂ, ਜਿਨ੍ਹਾਂ ਵਿੱਚ ਕੁਝ ਜਹਾਜ਼ ਤਾਂ ਮਿਲ ਜਾਂਦੇ ਨੇ ਪਰ ਕਈ ਜਹਾਜ਼ ਯਾਤਰੀਆਂ ਸਮੇਤ ਸਦਾ ਲਈ ਲਾਪਤਾ ਹੋ ਜਾਂਦੇ ਨੇ। ਸੋ ਇਹੋ ਜਿਹੇ ਜਹਾਜ਼ਾਂ ਦੀਆਂ ਖਬਰਾਂ ਸਾਰਿਆਂ ਲਈ ਰਹੱਸ ਬਣ ਜਾਂਦੀਆਂ ਨੇ, ਜਿਸ ਦਾ ਜਵਾਬ ਨਾ ਤਾਂ ਕਿਸੇ ਜਾਂਚ ਕੰਪਨੀ ਕੋਲ ਹੁੰਦਾ ਹੈ ਤੇ ਨਾ ਹੀ ਕਿਸੇ ਇਨਸਾਨ ਕੋਲ। ਤੇ ਇਹੋ ਜੀ ਇੱਕ ਰਹੱਸਮਈ ਘਟਨਾ ਬਾਰੇ ਅੱਜ ਅਸੀਂ ਗੱਲ ਕਰਾਂਗੇ ਜੋ ਕਿ ਇੱਕ ਬਹੁਤ ਵੱਡੀ ਮਿਸਟਰੀ ਬਣ ਕੇ ਰਹਿ ਗਈ ਹੈ। 4 ਸਤੰਬਰ 1954 ਨੂੰ ਸੈਂਟੀਆਗੋ 에ਅਰਲਾਈਨ EWA 513 ਜਰਮਨੀ ਦੇ 에ਅਰਪੋਰਟ ਤੋਂ ਬ੍ਰਾਜ਼ੀਲ ਲਈ ਰਵਾਨਾ ਹੋਈ, ਜੋ ਕਿ 18 ਘੰਟੇ ਦੀ ਫਲਾਈਟ ਸੀ। ਪਰ ਹਵਾ ਵਿੱਚ ਕੁਝ ਅਜਿਹਾ ਹੋਇਆ ਜਿਸ ਦੀ ਕਿਸੇ ਨੂੰ ਆਸ ਨਹੀਂ ਸੀ। ਮਤਲਬ ਕੰਟਰੋਲ ਸਟੇਸ਼ਨ ਦਾ ਸੰਪਰਕ ਇਸ ਜਹਾਜ਼ ਤੋਂ ਟੁੱਟ ਗਿਆ ਤੇ ਜਿਸ ਤੋਂ ਬਾਅਦ ਉਹ ਜਹਾਜ਼ ਕਿਸੇ ਨੂੰ ਨਹੀਂ ਮਿਲਿਆ। ਤੇ ਹੁਣ ਮਹੀਨੇ ਬੀਤਦੇ ਗਏ, ਸਾਲ ਬੀਤਦੇ ਗਏ, ਪਰ ਫਲਾਈਟ ਨੰਬਰ 513 ਦਾ ਕੋਈ ਅਤਾ ਪਤਾ ਨਹੀਂ ਸੀ ਤੇ ਲੋਕਾਂ ਨੂੰ ਲੱਗਿਆ ਕਿ ਉਹਨਾਂ ਨੂੰ ਆਸਮਾਨ ਖਾ ਗਿਆ ਤੇ ਹੁਣ ਲੋਕਾਂ ਨੇ ਮੰਨ ਲਿਆ ਸੀ ਕਿ ਉਹ ਜਹਾਜ਼ ਤੇ 92 ਯਾਤਰੀ ਹੁਣ ਨਹੀਂ ਮੁੜਨ ਵਾਲੇ। ਤੇ ਇਸ ਘਟਨਾ ਤੋਂ ਕੁਝ ਮਹੀਨੇ ਬਾਅਦ ਸੈਂਟੀਆਗੋ 에ਅਰਲਾਈਨ ਹਮੇਸ਼ਾ ਲਈ ਬੰਦ ਹੋ ਗਈ ਤੇ ਇਸ ਘਟਨਾ ਤੋਂ 35 ਸਾਲ ਬਾਅਦ 12 ਅਕਤੂਬਰ 1999 ਨੂੰ ਪੋਰਟੋ ਅਲੈਗਰੇ 에ਅਰਪੋਰਟ ਦੀ ਰਡਾਰ ਤੇ ਇੱਕ ਜਹਾਜ਼ ਦੇਖਿਆ ਜੋ ਕਿ ਬਿਨਾਂ ਜਾਣਕਾਰੀ ਤੋਂ ਉੱਥੇ ਆ ਗਿਆ ਸੀ, ਜਿਸ ਕਾਰਨ ਸਾਰੇ ਕਰਮਚਾਰੀ ਇੱਕ ਵਾਰ ਡਰ ਗਏ। ਤੇ ਜਦੋਂ ਉਹ ਰਨਵੇ ਤੇ ਉਤਰਿਆ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ ਕਿਉਂਕਿ ਇਹ ਜਹਾਜ਼ ਤੇ 에ਅਰਲਾਈਨ ਬੰਦ ਹੋਏ 35 ਸਾਲ ਹੋ ਗਏ ਸੀ। ਤੇ ਇਹ ਸਭ ਦੇਖਣ ਤੋਂ ਬਾਅਦ ਹੁਣ ਸਾਰਿਆਂ ਦੇ ਮਨ ਵਿੱਚ ਬਹੁਤ ਸਾਰੇ ਸਵਾਲ ਸੀ ਕਿਉਂਕਿ ਉਹਨਾਂ ਨੇ ਰਨਵੇ ਤੇ EWA 513 ਨਾਮ ਦੀ ਫਲਾਈਟ ਉਤਰਦੀ ਦੇਖੀ ਸੀ। ਪਰ ਮਾਮਲਾ ਅਜੇ ਹੋਰ ਵੀ ਵਿਗੜਨ ਵਾਲਾ ਸੀ, ਮਤਲਬ ਹੋਰ ਉਲਝਣ ਵਾਲਾ ਸੀ। ਪਹਿਲਾਂ ਤਾਂ ਉਹਨਾਂ ਨੇ ਬਾਹਰ ਤੋਂ ਅੰਦਰ ਪਾਇਲਟਾਂ ਨਾਲ ਗੱਲ ਕਰਨੀ ਚਾਹੀ, ਪਰ ਅੰਦਰ ਤੋਂ ਕੋਈ ਜਵਾਬ ਨਹੀਂ ਆਇਆ। ਤੇ ਫਿਰ ਕਰਮਚਾਰੀਆਂ ਨੇ ਦਰਵਾਜ਼ੇ ਖੋਲ ਕੇ ਅੰਦਰ ਜਾਣ ਬਾਰੇ ਸੋਚਿਆ ਤੇ ਜਦੋਂ ਉਹ ਅੰਦਰ ਗਏ ਤਾਂ ਸਾਰੇ ਹੀ ਕਰਮਚਾਰੀ ਹੈਰਾਨ ਰਹਿ ਗਏ ਕਿਉਂਕਿ ਉੱਥੇ ਕੋਈ ਇਨਸਾਨ ਨਹੀਂ ਸੀ ਬਲਕਿ ਇਨਸਾਨੀ ਕੰਕਾਲ ਸੀ। ਤੇ ਜਿਸ ਤੋਂ ਬਾਅਦ ਉਹਨਾਂ ਨੇ ਪਾਇਲਟ ਦੇ ਕਾਕਪਿਟ ਵਿੱਚ ਜਾਣ ਬਾਰੇ ਸੋਚਿਆ ਤੇ ਜਦੋਂ ਉਹ ਪਾਇਲਟ ਦੇ ਕੋਲ ਗਏ ਤਾਂ ਉਹਨਾਂ ਨੇ ਦੇਖਿਆ ਕਿ ਪਾਇਲਟ ਵੀ ਕੰਕਾਲ ਬਣਿਆ ਪਿਆ ਸੀ, ਪਰ ਉਸ ਦੇ ਹੱਥ ਕੰਟਰੋਲ ਤੇ ਸੀ, ਜੋ ਕਿ ਬਹੁਤ ਵੱਡੀ ਗੱਲ ਸੀ। ਮਤਲਬ ਕੰਕਾਲ ਕਿਵੇਂ ਜਹਾਜ਼ ਨੂੰ 에ਅਰਪੋਰਟ ਤੇ ਉਤਾਰ ਸਕਦੇ ਨੇ। ਜਿਸ ਤੋਂ ਬਾਅਦ ਬ੍ਰਾਜ਼ੀਲ ਦੀ ਸਪੈਸ਼ਲ ਫੋਰਸ ਨੇ ਇਸ ਮਾਮਲੇ ਨੂੰ ਬਹੁਤ ਗੁਪਤ ਰੱਖਿਆ ਤੇ ਛਾਣਬੀਣ ਕੀਤੀ, ਪਰ ਉਹਨਾਂ ਦੇ ਹੱਥ ਕੁਝ ਨਹੀਂ ਲੱਗਿਆ ਤੇ ਇਹ ਜਹਾਜ਼ ਇੱਕ ਰਹੱਸ ਬਣ ਕੇ ਰਹਿ ਗਿਆ। ਤੇ ਕਿਹੜੇ ਰਾਜ ਇਸ ਘਟਨਾ ਵਿੱਚ ਲੁਕੇ ਹੋਏ ਸੀ ਤੇ ਉਸ ਦਿਨ ਕੀ ਹੋਇਆ ਸੀ ਜਦੋਂ ਜਹਾਜ਼ ਗੁੰਮ ਹੋਇਆ। ਤੇ ਇਹ ਜਹਾਜ਼ ਨੇ ਉਸ ਸਮੇਂ ਦੇ ਪੈਰਾਨੋਰਮਲ ਐਕਟੀਵਿਟੀ ਤੇ ਖੋਜ ਕਰਨ ਵਾਲੇ ਇੱਕ ਵਿਗਿਆਨੀ ਐਟੈਲੋ ਨੂੰ ਵੀ ਹੈਰਾਨ ਕਰ ਦਿੱਤਾ ਕਿਉਂਕਿ ਉਸ ਨੂੰ ਕੁਝ ਵੀ ਨਹੀਂ ਮਿਲਿਆ ਸੀ ਇਸ ਤੇ ਸਰਚ ਕਰਕੇ ਵੀ। ਪਰ ਉੱਥੋਂ ਦੇ ਜ਼ਿਆਦਾਤਰ ਲੋਕ ਇੱਕ ਹੀ ਜਵਾਬ ਦੇ ਸਕੇ ਕਿ ਇਹ ਜਹਾਜ਼ ਟਾਈਮ ਟਰੈਵਲ ਹੋਲ ਵਿੱਚ ਫਸ ਗਿਆ ਸੀ, ਪਰ ਉਹ ਇਹ ਨਹੀਂ ਸੁਲਝਾ ਪਾਏ ਕਿ ਆਖਰ ਕੰਕਾਲ ਕਿਵੇਂ ਜਹਾਜ਼ ਨੂੰ ਉਤਾਰ ਸਕਦੇ ਨੇ ਜਾਂ ਫਿਰ ਉਹ ਉਤਰਨ ਤੋਂ ਬਾਅਦ ਹੀ ਕੰਕਾਲ ਦੇ ਰੂਪ ਵਿੱਚ ਆਏ। ਪਰ ਇਹ ਰਾਜ ਵੀ ਹੁਣ ਉਹਨਾਂ ਪਾਇਲਟਾਂ ਦੇ ਨਾਲ ਹੀ ਚਲੇ ਗਿਆ। ਤੇ ਇਸ ਤੋਂ ਪਤਾ ਲੱਗਦਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਕੁਦਰਤ ਨੇ ਇਨਸਾਨ ਕੋਲੋਂ ਲੁਕੋ ਕੇ ਰੱਖੀਆਂ ਹੋਈਆਂ ਨੇ ਤੇ ਅਜਿਹੀਆਂ ਚੀਜ਼ਾਂ ਨੂੰ ਬਹੁਤ ਸਾਰੇ ਲੋਕ ਫੇਕ ਵੀ ਮੰਨਦੇ ਨੇ। ਸੋ ਅਸੀਂ ਹਰ ਇੱਕ ਚੀਜ਼ ਪੂਰੀ ਰਿਸਰਚ ਕਰਕੇ ਲੈ ਕੇ ਆਉਨੇ ਆ ਤੇ ਇਸ ਬਾਰੇ ਵੀ ਇਸ ਨਿਊਜ਼ਪੇਪਰ ਦੀ ਕਟਿੰਗ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੋ। ਸਾਡਾ ਕੋਈ ਵੀ ਫੈਕਟ ਜੇਕਰ ਤੁਹਾਨੂੰ ਫੇਕ ਲੱਗਦਾ ਹੈ ਤਾਂ ਉਸ ਬਾਰੇ ਤੁਸੀਂ ਇੰਗਲਿਸ਼ ਦੇ ਵਿੱਚ ਗੂਗਲ ਤੇ ਜਾ ਕੇ ਸਰਚ ਕਰਿਆ ਕਰੋ, ਤੁਹਾਨੂੰ ਕੁਝ ਨਾ ਕੁਝ ਜ਼ਰੂਰ ਮਿਲੂਗਾ। ਸੋ ਅੱਗੇ ਵਧਣ ਤੋਂ ਪਹਿਲਾਂ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਫੇਸਬੁੱਕ, ਇੰਸਟਾਗ੍ਰਾਮ ਤੇ ਟਿਕਟੌਕ ਤੇ ਫੋਲੋ ਕਰ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ। ਤੇ ਹੁਣ ਅੱਗੇ ਗੱਲ ਕਰਦੇ ਹਾਂ ਇੱਕ ਹੋਰ ਬਹੁਤ ਵੱਡੇ ਰਹੱਸ ਦੀ। ਸਨ 1964 ਵਿੱਚ ਇੱਕ ਬਹੁਤ ਵੱਡੀ ਮਿਸਟਰੀ ਉਸ ਸਮੇਂ ਖੜੀ ਹੋ ਗਈ ਜਦੋਂ ਇੱਕ ਆਮ ਦਿਖਣ ਵਾਲਾ ਆਦਮੀ ਜਹਾਜ਼ ਵਿੱਚ ਟੋਕੀਓ ਨੂੰ ਜਾ ਰਿਹਾ ਸੀ ਤੇ ਉਸ ਦਿਨ ਕਿਸੇ ਨੂੰ ਇਹ ਵੀ ਅੰਦਾਜ਼ਾ ਨਹੀਂ ਸੀ ਕਿ ਅੱਜ ਕੀ ਹੋਣ ਵਾਲਾ ਹੈ। ਅਸਲ ਵਿੱਚ ਜਦੋਂ ਟੋਕੀਓ ਉਤਰ ਕੇ 에ਅਰਪੋਰਟ ਤੇ ਬਾਹਰ ਆਉਣ ਲੱਗੇ, ਉਸ ਨੇ ਆਪਣਾ ਪਾਸਪੋਰਟ ਦਿਖਾਇਆ ਤਾਂ ਸਾਰੇ ਹੈਰਾਨ ਹੋ ਗਏ ਤੇ ਪੁਲਿਸ ਨੇ ਉਸ ਨੂੰ ਅਰੈਸਟ ਕਰ ਲਿਆ ਤੇ ਉਸ ਨਾਲ ਪੁੱਛਗਿੱਛ ਕਰਨ ਲੱਗੇ ਕਿਉਂਕਿ ਉਸ ਤੋਂ ਪੁੱਛਣਾ ਸੀ ਕਿ ਉਹ ਕਿਹੜੀ ਜਗ੍ਹਾ ਤੋਂ ਆਇਆ ਹੈ। ਤੇ ਦੇਖਣ ਵਿੱਚ ਉਸ ਦਾ ਪਾਸਪੋਰਟ ਅਸਲੀ ਹੀ ਲੱਗ ਰਿਹਾ ਸੀ, ਪਰ ਜਿਸ ਜਗ੍ਹਾ ਦਾ ਨਾਮ ਉਸ ਪਾਸਪੋਰਟ ਤੇ ਸੀ ਉਹ ਬਹੁਤ ਹੈਰਾਨ ਕਰਨ ਵਾਲਾ ਸੀ ਕਿਉਂਕਿ ਉਸ ਜਗ੍ਹਾ ਦਾ ਨਾਮ ਸੀ ਟਾਉਰੈਡ। ਤੇ ਉਸ ਆਦਮੀ ਨੇ ਦੱਸਿਆ ਕਿ ਉਹ ਉਸ ਦਾ ਦੇਸ਼ ਫਰਾਂਸ ਤੇ ਸਪੇਨ ਦੇ ਬਾਰਡਰ ਤੇ ਸਥਿਤ ਹੈ, ਪਰ ਉੱਥੇ ਐਂਡੋਰਾ ਨਾਮ ਦਾ ਦੇਸ਼ ਸੀ
ਤੇ ਉਸ ਆਦਮੀ ਨੇ ਦੱਸਿਆ ਕਿ ਐਂਡੋਰਾ ਦੇਸ਼ ਦਾ ਨਾਮ ਉਸਨੇ ਅੱਜ ਤੱਕ ਕਦੇ ਨਹੀਂ ਸੁਣਿਆ ਤੇ ਉਸ ਦੇ ਅਨੁਸਾਰ ਟਾਉਰੈਟ ਦੇਸ਼ ਪਿਛਲੇ ਹਜ਼ਾਰਾਂ ਸਾਲਾਂ ਤੋਂ ਉੱਥੇ ਹੀ ਸੀ, ਜੋ ਕਿ ਸਾਰਿਆਂ ਨੂੰ ਹੈਰਾਨ ਕਰਨ ਵਾਲਾ ਸੀ। ਤੇ ਉਸ ਆਦਮੀ ਨੇ ਕਿਹਾ ਕਿ ਉਹ ਪਹਿਲਾਂ ਵੀ 4-5 ਵਾਰ ਟੋਕੀਓ ਆ ਚੁੱਕਿਆ ਹੈ ਤੇ ਉਸ ਦਾ ਪਾਸਪੋਰਟ ਇਸ ਗੱਲ ਨੂੰ ਸਾਬਤ ਵੀ ਕਰ ਰਿਹਾ ਸੀ। ਤੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਸ ਵਿਅਕਤੀ ਕੋਲ ਉਹ ਦੇਸ਼ ਦਾ ਡਰਾਈਵਿੰਗ ਲਾਇਸੈਂਸ ਵੀ ਸੀ ਤੇ ਬੈਂਕ ਬੁੱਕ ਵੀ ਸੀ। ਮਤਲਬ ਉਹ ਇਨਸਾਨ ਪੱਕਾ ਉਹੀ ਦੇਸ਼ ਤੋਂ ਆਇਆ ਸੀ, ਪਰ ਉਹ ਦੇਸ਼ ਹੈ ਹੀ ਨਹੀਂ ਸੀ। ਸੋ ਕੇਸ ਬਹੁਤ ਉਲਝਦਾ ਜਾ ਰਿਹਾ ਸੀ ਤੇ ਇਸੇ ਤਰ੍ਹਾਂ ਪੁਲਿਸ ਕਰਮਚਾਰੀ ਵੀ ਉਸ ਸਮੇਂ ਇਸ ਨੂੰ ਸਮਝ ਨਹੀਂ ਪਾ ਰਹੇ ਸੀ। ਤੇ ਜਿਸ ਤੋਂ ਬਾਅਦ ਪੁਲਿਸ ਨੇ ਕੁਝ ਸਮਝਣ ਲਈ ਸਮਾਂ ਲਿਆ ਤੇ ਉਸ ਆਦਮੀ ਨੂੰ ਕੋਲ ਦੇ ਇੱਕ ਹੋਟਲ ਦੇ ਕਮਰੇ ਵਿੱਚ ਭੇਜ ਦਿੱਤਾ ਤੇ ਨਾਲ 2 ਪੁਲਿਸ ਕਰਮਚਾਰੀਆਂ ਨੂੰ ਉਸ ਦੇ ਕਮਰੇ ਦੇ ਬਾਹਰ ਖੜਾ ਕਰ ਦਿੱਤਾ। ਪਰ ਜਦੋਂ ਅਗਲੇ ਦਿਨ ਪੁਲਿਸ ਉੱਥੇ ਗਈ ਤਾਂ ਉੱਥੇ ਉਹ ਆਦਮੀ ਹੈ ਹੀ ਨਹੀਂ ਸੀ, ਜਦ ਕਿ ਕਮਰੇ ਦਾ ਦਰਵਾਜ਼ਾ ਬਾਹਰ ਤੋਂ ਲੌਕ ਸੀ ਤੇ ਉਸ ਦੇ ਕਮਰੇ ਵਿੱਚ ਸਿਰਫ ਇੱਕ ਖਿੜਕੀ ਸੀ। ਪਰ ਕਮਰਾ 15ਵੀਂ ਮੰਜ਼ਲ ਤੇ ਹੋਣ ਕਾਰਨ ਉੱਥੋਂ ਭੱਜਣਾ ਬਹੁਤ ਮੁਸ਼ਕਲ ਸੀ। ਜਿਸ ਤੋਂ ਬਾਅਦ ਪੁਲਿਸ ਨੇ ਹੋਟਲ ਵਿੱਚ ਛਾਣਬੀਣ ਕੀਤੀ, ਪਰ ਉਹਨਾਂ ਦੇ ਹੱਥ ਕੁਝ ਨਹੀਂ ਲੱਗਿਆ ਤੇ ਇਹ ਇੱਕ ਮਿਸਟਰੀ ਬਣ ਕੇ ਰਹਿ ਗਈ। ਆਖਿਰ ਉਹ ਆਦਮੀ ਕੌਣ ਸੀ ਤੇ ਉਹ ਦੇਸ਼ ਅਸਲ ਵਿੱਚ ਹੈ ਕਿੱਥੇ ਸੀ? ਸੋ ਇਸ ਨੂੰ ਅਸੀਂ ਠੋਸ ਤਰੀਕੇ ਨਾਲ ਨਾ ਹੀ ਟਾਈਮ ਟਰੈਵਲਰ ਕਹਿ ਸਕਦੇ ਹਾਂ ਤੇ ਨਾ ਹੀ ਪੈਰਲਰ ਯੂਨੀਵਰਸ ਤੋਂ ਆਇਆ ਇੱਕ ਇਨਸਾਨ ਕਹਿ ਸਕਦੇ ਹਾਂ, ਕਿਉਂਕਿ ਇਹਨਾਂ ਚੀਜ਼ਾਂ ਦਾ ਅੱਜ ਤੱਕ ਕੋਈ ਵੀ ਪੁਖਤਾ ਸਬੂਤ ਨਹੀਂ ਮਿਲਿਆ। ਪਰ ਇਹ ਇਨਸਾਨ ਨੇ ਹੈਰਾਨ ਕਰ ਦਿੱਤਾ, ਕਿਉਂਕਿ ਇਸ ਦਾ ਸਬੂਤ ਸੀ ਕਿ ਇਹ ਫਲੈਟ ਵਿੱਚ ਟੋਕੀਓ ਆਇਆ ਸੀ ਤੇ ਇਹ ਆਪਣਾ ਦੇਸ਼ ਟਾਉਰੈਟ ਦੱਸ ਰਿਹਾ ਸੀ ਤੇ ਉਸ ਕੋਲ ਇਸ ਦੇਸ਼ ਦੇ ਸਾਰੇ ਕਾਗਜ਼ਾਤ ਵੀ ਸੀ। ਸੋ ਇਹ ਇੱਕ ਬਹੁਤ ਹੀ ਵੱਡਾ ਰਹੱਸ ਹੈ। ਅੱਜ ਤੱਕ ਬਹੁਤ ਸਾਰੇ ਜਹਾਜ਼ ਗੁੰਮ ਹੋਏ ਨੇ, ਪਰ ਇਹ ਮਲੇਸ਼ੀਆ ਦੀ ਫਲੈਟ MH370 ਇੱਕ ਬਹੁਤ ਹੀ ਰਹੱਸਮਈ ਢੰਗ ਨਾਲ ਗੁੰਮ ਹੋ ਗਈ ਸੀ ਤੇ ਇਹ ਗੱਲ ਕੋਈ ਜ਼ਿਆਦਾ ਪੁਰਾਣੀ ਨਹੀਂ। ਤੇ ਇਹ ਜਹਾਜ਼ 8 ਮਾਰਚ ਵਾਲੇ ਦਿਨ ਚੀਨ ਦੇ ਬੀਜਿੰਗ ਸ਼ਹਿਰ ਵੱਲ ਉੱਡਿਆ ਤੇ ਇਸ ਵਿੱਚ ਜ਼ਿਆਦਾਤਰ ਚੀਨੀ ਯਾਤਰੀ ਹੀ ਸੀ ਤੇ ਇਹ ਮਲੇਸ਼ੀਆ ਤੋਂ ਉੱਡੀ ਤੇ ਕਰੀਬ 40 ਮਿੰਟ ਬਾਅਦ ਕੁਆਲਾਲੰਪੁਰ 에ਅਰਪੋਰਟ ਦੇ ਸਿਸਟਮ ਨੂੰ ਅਲਵਿਦਾ ਕਿਹਾ ਤੇ ਮਲੇਸ਼ੀਆ ਦੀਆਂ ਰਡਾਰਾਂ ਤੋਂ ਬਾਹਰ ਚਲੀ ਗਈ ਤੇ ਜਿਸ ਤੋਂ ਬਾਅਦ ਇਹਨਾਂ ਦਾ ਸੰਪਰਕ ਆਪਸ ਵਿੱਚ ਟੁੱਟ ਗਿਆ ਤੇ ਇਸ ਤਰ੍ਹਾਂ ਸੰਪਰਕ ਇਤਿਹਾਸ ਵਿੱਚ ਪਹਿਲੀ ਵਾਰ ਟੁੱਟਿਆ ਸੀ ਤੇ ਅਚਾਨਕ ਗਾਇਬ ਹੋਣ ਕਾਰਨ ਸਾਰੀ ਦੁਨੀਆ ਇੱਕ ਵਾਰ ਹੈਰਾਨ ਹੋ ਗਈ ਤੇ ਬਹੁਤ ਸਾਰੇ ਕਰਮਚਾਰੀ ਇਸ ਦੇ ਕ੍ਰੈਸ਼ ਦੀ ਜਾਣਕਾਰੀ ਲੱਭਣ ਲੱਗੇ, ਕਿਉਂਕਿ ਜਹਾਜ਼ ਆਪਣੇ ਆਪ ਤਾਂ ਗਾਇਬ ਹੋਣੇ ਤੋਂ ਰਿਹਾ ਤੇ ਹੁਣ ਵੱਡੇ ਅਧਿਕਾਰੀਆਂ ਨੇ ਲੋਕਾਂ ਨੂੰ ਜਵਾਬ ਵੀ ਦੇਣਾ ਸੀ। ਤਾਂ ਉਹਨਾਂ ਨੇ 9 ਮਾਰਚ ਮਤਲਬ ਅਗਲੇ ਦਿਨ ਇੱਕ ਸਰਚ ਆਪਰੇਸ਼ਨ ਸ਼ੁਰੂ ਕੀਤਾ। 69 ਸਮੁੰਦਰੀ ਜਹਾਜ਼ ਦੱਖਣੀ ਚੀਨ ਦੇ ਸਮੁੰਦਰੀ ਹਿੱਸੇ ਵਿੱਚ ਭੇਜੇ ਤੇ ਉਹਨਾਂ ਨੇ ਸਾਰਾ ਪਾਣੀ ਪੁਣ ਦਿੱਤਾ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਜੇ ਜਹਾਜ਼ ਕ੍ਰੈਸ਼ ਹੋਇਆ ਤਾਂ ਉਸ ਦਾ ਕੁਝ ਨਾ ਕੁਝ ਸਮੁੰਦਰ ਵਿੱਚੋਂ ਮਿਲ ਹੀ ਜਾਵੇਗਾ। ਪਰ ਸਮੁੰਦਰ ਵਿੱਚੋਂ ਕੁਝ ਵੀ ਨਹੀਂ ਮਿਲਿਆ ਤੇ ਹੁਣ ਸਾਰੇ ਅਧਿਕਾਰੀ ਬਹੁਤ ਹੈਰਾਨ ਸੀ ਤੇ ਇਹਨਾਂ ਨੇ ਬੰਗਾਲ ਦੀ ਖਾੜੀ ਤੋਂ ਲੈ ਕੇ ਭਾਰਤ ਦੇ ਸਮੁੰਦਰੀ ਹਿੱਸੇ ਤੱਕ ਪਾਣੀ ਨੂੰ ਛਾਣ ਦਿੱਤਾ ਤੇ 6 ਦਿਨਾਂ ਵਿੱਚ ਲੱਖਾਂ ਕਰੋੜਾਂ ਡਾਲਰਾਂ ਨੂੰ ਖਰਚਣ ਤੋਂ ਬਾਅਦ ਉਹਨਾਂ ਦੇ ਹੱਥ ਕੁਝ ਨਹੀਂ ਲੱਗਿਆ ਤੇ ਹੁਣ ਉਹਨਾਂ ਨੂੰ ਡਰ ਸੀ ਕਿ ਜਹਾਜ਼ ਹਾਈਜੈਕ ਨਾ ਹੋ ਗਿਆ ਹੋਵੇ, ਤਾਂ ਹੀ ਉਸ ਦੀ ਦਿਸ਼ਾ ਬਦਲੀ ਜਾ ਸਕਦੀ ਹੈ ਤੇ ਉਸ ਦਾ ਟਰਾਂਸਮੀਟਰ ਵੀ ਬੰਦ ਕੀਤਾ ਜਾ ਸਕਦਾ ਹੈ, ਕਿਉਂਕਿ ਟਰਾਂਸਮੀਟਰ ਨਾਲ ਹੀ ਉੜਦੇ ਜਹਾਜ਼ ਦੀ ਲੋਕੇਸ਼ਨ ਰਡਾਰ ਨਾਲ ਤੈਅ ਕੀਤੀ ਜਾਂਦੀ ਹੈ। ਪਰ ਇਹ ਸ਼ੱਕ ਜਲਦੀ ਹੀ ਖਤਮ ਹੋ ਗਿਆ, ਕਿਉਂਕਿ ਕਿਸੇ ਵੀ ਬੰਦੇ ਨੇ ਉਸ ਦਾ ਦਾਅਵਾ ਨਹੀਂ ਕੀਤਾ। ਪਰ ਉਸ ਰਾਤ ਫਲਾਈਟ MH370 ਨਾਲ ਕੀ ਹੋਇਆ ਸੀ ਇਹ ਅੱਜ ਤੱਕ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਤੇ ਨਾ ਹੀ ਉਹ 227 ਲੋਕਾਂ ਬਾਰੇ ਕੁਝ ਪਤਾ ਲੱਗਿਆ ਜੋ ਜਹਾਜ਼ ਦੇ ਵਿੱਚ ਸੀ ਤੇ ਜਿਸ ਤੋਂ ਬਾਅਦ ਇਹ ਕੇਸ ਇੱਕ ਬਹੁਤ ਵੱਡਾ ਰਹੱਸ ਬਣ ਕੇ ਰਹਿ ਗਿਆ। ਤੇ ਇਹ ਘਟਨਾ ਜੋ ਤੁਹਾਨੂੰ ਹੁਣ ਦੱਸਾਂਗੇ ਇਹ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਹੈ ਤੇ ਇਸ ਘਟਨਾ ਦੀ ਸ਼ੁਰੂਆਤ ਹੁੰਦੀ ਹੈ ਸਪੇਨ ਤੋਂ ਤੇ ਇਸ ਵਿਅਕਤੀ ਨਾਲ ਇੱਕ ਅਜਿਹੀ ਘਟਨਾ ਵਾਪਰੀ ਕਿ ਇਹ 2 ਨਵੰਬਰ 1986 ਨੂੰ ਆਪਣੀ ਗੱਡੀ ਵਿੱਚ ਬਿਜ਼ਨਸ ਲਈ ਕਿਤੇ ਜਾ ਰਿਹਾ ਸੀ ਤੇ ਰਾਤ ਨੂੰ 11:30 ਵਜੇ ਉਹ ਸੇਵਲ ਵੱਲ ਤੋਂ ਅਲਕੈਡਾ ਵੱਲ ਜਾ ਰਿਹਾ ਸੀ ਤੇ ਉਸ ਨੇ ਸਿਰਫ 10 ਮੀਲ ਦੀ ਦੂਰੀ ਤੈਅ ਕਰਨੀ ਸੀ। ਉਹ ਅਕਸਰ ਇਸ ਰੋਡ ਤੋਂ ਜਾਂਦਾ ਰਹਿੰਦਾ ਸੀ ਤੇ ਥੋੜੀ ਦੂਰ ਜਾ ਕੇ ਗੋਲਕਾਰ ਚੌਂਕ ਤੇ ਘੁੰਮਿਆ ਤੇ ਇੱਕ ਵੱਡੇ 6 ਲਾਈਨ ਰੋਡ ਤੇ ਜਾ ਚੜਿਆ ਤੇ ਉਹ ਉੱਥੇ ਰੁਕ ਗਿਆ, ਕਿਉਂਕਿ ਉੱਥੇ ਕੋਈ 6 ਲਾਈਨ ਰੋਡ ਹੈ ਹੀ ਨਹੀਂ ਸੀ। ਉਸ ਨੂੰ ਇਸ ਤਰ੍ਹਾਂ ਲੱਗਿਆ ਕਿ ਉਹ ਕਿਸੇ ਹੋਰ ਦੇਸ਼ ਵਿੱਚ ਆ ਗਿਆ, ਕਿਉਂਕਿ ਉੱਥੇ ਬਿਲਕੁਲ ਨਵੀਂ ਤਰ੍ਹਾਂ ਦਾ ਡਿਜ਼ਾਈਨ ਸੀ ਤੇ ਉਸ ਨੇ ਥੋੜਾ ਅੱਗੇ ਜਾ ਕੇ ਦੇਖਿਆ ਕਿ ਕਾਰਾਂ ਪੂਰੇ 8 ਮਿੰਟ ਦੇ ਫਰਕ ਨਾਲ ਹੀ ਜਾ ਰਹੀਆਂ ਨੇ, ਜਿਵੇਂ ਕਾਰਾਂ ਰਿਮੋਟ ਕੰਟਰੋਲ ਨਾਲ ਚਲਾਈਆਂ ਜਾ ਰਹੀਆਂ ਹੋਣ। ਤੇ ਇਹ ਸਭ ਦੇਖਣ ਤੋਂ ਬਾਅਦ ਉਹ ਬਹੁਤ ਹੀ ਹੌਲ ਗਿਆ ਸੀ ਤੇ ਉਹਨੇ ਇੱਧਰ ਉੱਧਰ ਭੱਜ ਕੇ ਦੇਖਿਆ ਤਾਂ ਉਸ ਨੂੰ ਇੱਕ ਸੁਰੰਗ ਦਿਖੀ ਤੇ ਉਸ ਨੇ ਆਪਣੀ ਗੱਡੀ ਉਸ ਵਿੱਚ ਵਾੜ ਦਿੱਤੀ ਤੇ ਉਹ ਅਲਕੈਡਾ ਪਹੁੰਚ ਗਿਆ ਤੇ ਉੱਥੇ ਪਹੁੰਚ ਕੇ ਉਹ ਬਹੁਤ ਹੈਰਾਨ ਹੋਇਆ, ਕਿਉਂਕਿ ਜਿੱਥੇ ਉਸ ਨੂੰ
ਨੂੰ ਪਹੁੰਚਣ ਲਈ 10 ਮਿੰਟ ਦਾ ਸਮਾਂ ਲੱਗਣਾ ਚਾਹੀਦਾ ਸੀ, ਉਸ ਜਗ੍ਹਾ ਤੇ ਪਹੁੰਚਣ ਲਈ ਉਸ ਨੂੰ 3.25 ਮਿੰਟ ਲੱਗੇ ਤੇ 10 ਮੀਲ ਦੀ ਦੂਰੀ ਤੈਅ ਕਰਨ ਦੀ ਜਗ੍ਹਾ ਉਸਨੇ 125 ਕਿਲੋਮੀਟਰ ਦੀ ਦੂਰੀ ਤੈਅ ਕੀਤੀ, ਜਿਸ ਤੋਂ ਬਾਅਦ ਉਹ ਖੁਦ ਬਹੁਤ ਹੈਰਾਨ ਸੀ ਤੇ ਉਸਨੇ ਬਹੁਤ ਵਾਰ ਉਸੇ ਰੂਟ ਤੇ ਦੁਬਾਰਾ ਸਫ਼ਰ ਕੀਤਾ ਤਾਂ ਜੋ ਉਹ ਜਾਣ ਸਕੇ ਕਿ ਉਸ ਰਾਤ ਕੀ ਹੋਇਆ ਸੀ। ਪਰ ਇਹ ਚੀਜ਼ ਉਸ ਲਈ ਵੀ ਰਹੱਸ ਬਣ ਗਈ ਤੇ ਲੱਗਦਾ ਹੈ ਕਿ ਉਸ ਰਾਤ ਉਹ ਸਮਾਨ ਅੰਤਰ ਸਮੇਂ ਵਿੱਚ ਅੱਗੇ ਭਵਿੱਖ ਵਿੱਚ ਪਹੁੰਚ ਗਿਆ ਸੀ ਤੇ ਉਸ ਦੇ ਮਨ ਦਾ ਵਹਿਮ ਵੀ ਹੋ ਸਕਦਾ ਹੈ। ਪਰ ਜੇਕਰ ਉਸ ਦੇ ਮਨ ਦਾ ਵਹਿਮ ਸੀ ਤਾਂ 5 ਸਾਲ ਬਾਅਦ ਸੇਬਲ ਤੋਂ ਅਲਕੇਡਾ ਤੱਕ 6 ਲਾਈਨਾਂ ਵਾਲਾ ਹਾਈਵੇ ਕਿਵੇਂ ਬਣ ਗਿਆ ਤੇ ਹੋਰ ਵੀ ਕਈ ਚੀਜ਼ਾਂ ਜੋ ਉਸ ਨੇ ਦੱਸੀਆਂ ਸੀ ਉਹ ਅੱਜ ਉੱਥੇ ਬਣ ਚੁੱਕੀਆਂ ਨੇ। ਪਰ 8 ਮਿੰਟ ਦੇ ਫਰਕ ਨਾਲ ਚੱਲਣ ਵਾਲੀਆਂ ਕਾਰਾਂ ਨਹੀਂ ਚੱਲ ਰਹੀਆਂ, ਮਤਲਬ ਉਹ ਅੱਜ ਤੋਂ ਵੀ ਕਈ ਗੁਣਾ ਅੱਗੇ ਭਵਿੱਖ ਵਿੱਚ ਚਲੇ ਗਿਆ ਸੀ। ਪਰ ਜੇਕਰ ਅਸੀਂ ਅੱਜ ਸਾਇੰਟੀਫਿਕ ਤਰੀਕੇ ਨਾਲ ਮੰਨੀਏ ਕਿ ਸਮੇਂ ਯਾਤਰਾ ਕੁਝ ਨਹੀਂ ਹੁੰਦੀ ਤਾਂ ਉਸ ਦੇ ਦਿਮਾਗ ਦੀ ਰਚਨਾ ਨੇ ਇਹ ਸਭ ਕਿਵੇਂ ਬਣਾ ਦਿੱਤਾ, ਸੋ ਇੱਕ ਬਹੁਤ ਵੱਡਾ ਰਹੱਸ ਹੈ। ਸੋ ਇਸੇ ਤਰ੍ਹਾਂ ਦਾ ਮਿਲਦਾ ਜੁਲਦਾ ਰਹੱਸ ਇੱਕ ਹੋਰ ਵੀ ਹੈ। ਸਰ ਵਿਕਟਰ ਕੋਲੋਰਾਡ ਇਹ ਇਨਸਾਨ ਨੇ ਵਰਲਡ ਵਾਰ ਦੌਰਾਨ ਇੱਕ ਫੌਜੀ ਦੇ ਭੂਤ ਦੀ ਫੋਟੋ ਵੀ ਪਬਲਿਸ਼ ਕੀਤੀ ਸੀ, ਪਰ ਅਸੀਂ ਤੁਹਾਨੂੰ ਇਹਨਾਂ ਦੀ ਟਾਈਮ ਟਰੈਵਲ ਕਰਨ ਵਾਲੀ ਗੱਲ ਦੱਸਾਂਗੇ ਜੋ ਕਿ ਇੱਕ ਵਾਰ ਲੋਕਲ ਨਿਊਜ਼ਪੇਪਰ ਵਿੱਚ ਦਿੱਤੀ ਗਈ ਇੱਕ ਇੰਟਰਵਿਊ ਵਿੱਚ ਇਹਨਾਂ ਨੇ ਦੱਸਿਆ ਸੀ ਕਿ ਇਹਨਾਂ ਨੇ ਇੱਕ ਵਾਰ ਟਾਈਮ ਟਰੈਵਲ ਕੀਤਾ ਹੈ ਤੇ ਉਸ ਸਮੇਂ ਜਿਸ ਨੇ ਵੀ ਇਹ ਸੁਣਿਆ ਤਾਂ ਉਹ ਹੈਰਾਨ ਹੋ ਗਿਆ ਕਿਉਂਕਿ ਵਿਕਟਰ ਨੇ ਕਿਹਾ ਸੀ ਕਿ ਉਸ ਨੇ ਭਵਿੱਖ ਵਿੱਚ ਸਮਾਂ ਯਾਤਰਾ ਕੀਤੀ ਹੈ ਤੇ ਜਦੋਂ ਉਹ ਇੱਕ ਵਾਰ ਐਡਿਨਬਰਗ ਤੋਂ ਆਪਣੇ 에ਅਰਵੇਸ ਵੱਲ ਜਹਾਜ਼ ਵਿੱਚ ਜਾ ਰਿਹਾ ਸੀ ਤਾਂ ਜਦੋਂ ਉਹ ਆਸਮਾਨ ਵਿੱਚ ਗਿਆ ਤਾਂ ਉਸ ਦੇ ਸਾਹਮਣੇ ਕਾਲੇ ਬੱਦਲ ਤੇ ਤੂਫਾਨ ਆ ਗਿਆ। ਉਸ ਦਾ ਜਹਾਜ਼ ਉਸ ਦੇ ਕੰਟਰੋਲ ਤੋਂ ਬਾਹਰ ਹੋਇਆ ਤੇ ਤੂਫਾਨ ਨੂੰ ਪਾਰ ਕਰਕੇ ਇਹ ਬਾਹਰ ਨਿਕਲ ਗਏ ਤੇ ਜਿਸ ਤੋਂ ਬਾਅਦ ਇਹਨਾਂ ਨੇ ਜਹਾਜ਼ ਨੂੰ ਉਤਾਰ ਕੇ 에ਅਰਪੋਰਟ ਤੇ ਦੇਖਿਆ ਤਾਂ ਉੱਥੇ 4 ਜਹਾਜ਼ ਖੜੇ ਸੀ ਤੇ ਚਾਰੇ ਜਹਾਜ਼ ਨਵੇਂ ਸੀ, ਜਦ ਕਿ ਉਹ ਜਹਾਜ਼ ਉਸ ਸਮੇਂ ਤੱਕ ਉੱਥੇ ਆਏ ਹੀ ਨਹੀਂ ਸੀ ਤੇ ਸਾਰੇ ਕਰਮਚਾਰੀ ਜੋ ਉੱਥੇ ਆਏ ਸੀ ਉਹਨਾਂ ਦੀ ਵਰਦੀ ਦਾ ਰੰਗ ਨੀਲਾ ਸੀ, ਜਦ ਕਿ ਉੱਥੋਂ ਦੀ ਵਰਦੀ ਦਾ ਉਦੋਂ ਤੱਕ ਇਹ ਰੰਗ ਨਹੀਂ ਸੀ ਤੇ ਇਹ ਸਭ ਦੇਖ ਕੇ ਉਹ ਘਬਰਾ ਗਏ ਤੇ ਉਹਨਾਂ ਨੂੰ ਲੱਗਿਆ ਕਿ ਮੈਂ ਸ਼ਾਇਦ ਗਲਤ ਜਗ੍ਹਾ ਤੇ ਜਹਾਜ਼ ਉਤਾਰ ਲਿਆ ਤੇ ਉਹਨਾਂ ਨੇ ਦੁਬਾਰਾ ਜਦੋਂ ਜਹਾਜ਼ ਨੂੰ ਉਡਾਇਆ ਤਾਂ ਦੁਬਾਰਾ ਉਹਨਾਂ ਨੂੰ ਫੇਰ ਕਾਲੇ ਬੱਦਲਾਂ ਨੇ ਘੇਰਾ ਪਾ ਲਿਆ ਤੇ ਜਦੋਂ ਉਹਨਾਂ ਨੇ ਉਸ ਨੂੰ ਪਾਰ ਕੀਤਾ ਤਾਂ ਫੇਰ ਉਹ ਸਾਰਾ 에ਅਰਵੇਸ ਜਿਵੇਂ ਉਹਨਾਂ ਨੇ ਪਹਿਲਾਂ ਦੇਖਿਆ ਸੀ ਉਵੇਂ ਦਾ ਸੀ, ਨਾ ਹੀ ਉੱਥੇ ਕੋਈ ਪੀਲੇ ਜਹਾਜ਼ ਸੀ ਤੇ ਨਾ ਹੀ ਉੱਥੋਂ ਦੇ ਕਰਮਚਾਰੀਆਂ ਦੀ ਕੋਈ ਨੀਲੀ ਵਰਦੀ ਸੀ। ਤੇ ਵਿਕਟਰ ਨੇ ਇਹ ਘਟਨਾ ਦਾ ਵੇਰਵਾ ਆਪਣੇ ਪਰਿਵਾਰ ਤੇ ਯਾਰਾਂ ਦੋਸਤਾਂ ਨੂੰ ਦਿੱਤਾ ਪਰ ਕਿਸੇ ਨੇ ਉਸ ਦੀ ਗੱਲ ਦਾ ਭਰੋਸਾ ਨਹੀਂ ਕੀਤਾ ਤੇ ਐਦਾਂ ਦੀਆਂ ਗੱਲਾਂ ਤੇ ਕੋਈ ਭਰੋਸਾ ਕਰਦਾ ਵੀ ਨਹੀਂ ਤੇ ਕਈ ਸਾਡੇ ਦੱਸਣ ਤੇ ਵੀ ਨਹੀਂ ਮੰਨਣਗੇ ਤੇ ਜਿਸ ਤੋਂ ਬਾਅਦ ਉਸ ਨੇ ਮਜ਼ਾਕ ਬਣਦਾ ਦੇਖ ਕੇ ਇਹ ਗੱਲ ਦੱਬ ਦਿੱਤੀ। ਪਰ ਉਸ ਘਟਨਾ ਤੋਂ 4 ਸਾਲ ਬਾਅਦ ਐਡਿਨਬਰਗ 에ਅਰਵੇਸ ਨੂੰ ਜਦੋਂ ਰੀਨਿਊ ਕੀਤਾ ਤਾਂ ਉੱਥੇ ਪੀਲੇ ਰੰਗ ਦੇ ਜਹਾਜ਼ ਖੜਾਏ ਤੇ ਕਰਮਚਾਰੀਆਂ ਦੀ ਵਰਦੀ ਨੀਲੀ ਕਰ ਦਿੱਤੀ, ਬਿਲਕੁਲ ਉਸੇ ਤਰ੍ਹਾਂ ਜਿਵੇਂ ਵਿਕਟਰ ਨੇ ਇੰਟਰਵਿਊ ਵਿੱਚ ਦੱਸਿਆ ਸੀ। ਤੇ ਹੁਣ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 1935 ਤੋਂ 1939 ਵਿੱਚ ਜਾ ਕੇ ਵਿਕਟਰ ਕਿਵੇਂ ਦੇਖ ਆਇਆ ਤੇ ਇੰਨੀ ਪਰਫੈਕਟ ਸਾਡੇ ਦਿਮਾਗ ਦੀ ਉਪਜ ਨਹੀਂ ਹੋ ਸਕਦੀ। ਸੋ ਇਹ ਸਭ ਰਹੱਸਮਈ ਚੀਜ਼ਾਂ ਸਾਨੂੰ ਟਾਈਮ ਟਰੈਵਲ ਨੂੰ ਮੰਨਣ ਲਈ ਮਜਬੂਰ ਕਰ ਦਿੰਦੀਆਂ ਨੇ ਤੇ ਅੱਜ ਤੱਕ ਨਹੀਂ ਪਤਾ ਲੱਗ ਸਕਿਆ ਕਿ ਉਸ ਦਿਨ ਉਹ ਕਾਲੇ ਬੱਦਲ ਦੇ ਤੂਫਾਨ ਵਿੱਚ ਕੀ ਹੋਇਆ ਸੀ ਤਾਂ ਜੋ ਇਹ ਸਭ ਮਿਸਟਰੀ ਬਣੀ। ਪਰ ਜਦੋਂ ਵਿਕਟਰ ਜਿਉਂਦਾ ਸੀ ਤਾਂ ਉਹ ਕਹਿੰਦਾ ਸੀ ਕਿ ਮੈਂ ਖੁਸ਼ ਨਸੀਬ ਹਾਂ, ਮੈਨੂੰ ਸਮਾਂ ਯਾਤਰਾ ਕਰਨ ਦਾ ਮੌਕਾ ਮਿਲਿਆ। ਸੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਲਾਈਕ ਤੇ ਕਮੈਂਟ